हाँ जी दोस्तों, क्लास 11वीं ਦਾ ਹੈਗਾ ਵਾ ਹੁਣ ਪੋਲੀਟੀਕਲ ਸਾਇੰਸ ਦਾ ਪੇਪਰ ਯਾਨੀ ਕਿ ਰਾਜਨੀਤੀ ਵਿਗਿਆਨ ਜਾਂ ਰਾਜਨੀਤੀ ਸ਼ਾਸਤਰ ਜਿਹਨੂੰ ਤੁਸੀਂ ਕਹਿੰਦੇ ਹੋ 80 ਨੰਬਰ ਦਾ ਇਹ ਪੇਪਰ ਆਏਗਾ। 3 ਘੰਟੇ ਦਾ ਸਮਾਂ ਮਿਲੇਗਾ। 20 ਨੰਬਰ ਦੇ ਪ੍ਰੋਜੈਕਟ ਦੇ ਨੰਬਰ ਲੱਗ ਕੇ 100 ਨੰਬਰ ਦਾ ਪੇਪਰ ਹੋ ਜਾਏਗਾ। ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ। ਤੁਹਾਡਾ 21 ਮਾਰਚ ਯਾਨੀ ਕਿ ਕੱਲ ਤੁਹਾਡਾ ਪੇਪਰ ਹੈ। ਤਾਂ ਭਾਗ ਊੜਾ ਦੇਖ ਲੈਣਾ। ਸਭ ਤੋਂ ਪਹਿਲਾਂ ਦੇਖ ਲਓ ਦੋਸਤੋ ਪ੍ਰਸ਼ਨ ਕੀ ਹੈ ਆਪਣਾ। ਹੇਠ ਲਿਖੇ ਵਿਕਲਪਾਂ ਵਿੱਚ ਸਹੀ ਵਿਕਲਪ ਚੁਣੋ। ਤਾਂ ਪਹਿਲਾ ਪ੍ਰਸ਼ਨ ਹੈ ਕਿ ਪੁਲਿਸ ਕਿਸ ਭਾਸ਼ਾ ਦਾ ਸ਼ਬਦ ਦਾ ਹੈ। ਠੀਕ ਹੈ ਜੀ, ਤਾਂ ਇਹ ਯੂਨਾਨੀ ਭਾਸ਼ਾ ਦਾ ਹੈਗਾ ਵਾ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਦੂਸਰਾ ਪ੍ਰਸ਼ਨ, ਕਿਹੜਾ ਸਮਾਜਿਕ ਵਿਗਿਆਨ ਸਹੀ ਗਲਤ ਦੀ ਜਾਣਕਾਰੀ ਦਿੰਦਾ ਹੈ। ਤਾਂ ਦੋਸਤੋ ਨੀਤੀ ਸ਼ਾਸਤਰ। ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਵਿਦੇਸ਼ੀ ਕੋਲ ਕਿਹੜੇ ਅਧਿਕਾਰ ਨਹੀਂ ਹੁੰਦੇ। ਤਾਂ ਦੋਸਤੋ ਰਾਜਨੀਤੀ ਅਧਿਕਾਰ ਨਹੀਂ ਹੁੰਦੇ। ਜਦੋਂ ਸਮਾਜ ਵਿੱਚ ਕਿਸੇ ਨਾਲ ਧਰਮ, ਜਾਤੀ, ਨਸਲ, ਲਿੰਗ ਆਦਿ ਦੇ ਆਧਾਰ ਤੇ ਕੋਈ ਭੇਦਭਾਵ ਨਾ ਹੋਵੇ ਤਾਂ ਇਹ ਕਿਹੜੀ ਸਮਾਨਤਾ ਹੈ। ਤਾਂ ਦੋਸਤੋ ਇਹ ਸਮਾਜਿਕ ਸਮਾਨਤਾ ਹੈ। ਅਗਲਾ ਪ੍ਰਸ਼ਨ ਦੋਸਤੋ ਪੰਜਵਾਂ, ਇਹਨਾਂ ਵਿੱਚੋਂ ਕਿਹੜਾ ਰਾਜ ਨਹੀਂ ਹੈ। ਤਾਂ ਦੋਸਤੋ ਜਿਹੜਾ ਹੈਗਾ ਵਾ ਇਹਨਾਂ ਦੇ ਵਿੱਚ ਦੋਸਤੋ ਜਿਹੜਾ ਹੈਗਾ ਵਾ ਗੋਆ ਰਾਜ ਨਹੀਂ ਹੈ। ਠੀਕ ਹੈ ਜੀ। ਤੇ ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ। ਤੇ ਦੋਸਤੋ 6ਵਾਂ ਪ੍ਰਸ਼ਨ ਕੀ ਹੈ ਆਪਣਾ, ਸੰਘਾਤਮਕ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ। ਤਾਂ ਦੋਸਤੋ ਇੱਕ ਸਦਨੀ ਵਿਧਾਨ ਮੰਡਲ। ਠੀਕ ਹੈ ਜੀ। ਤੇ ਆਪਣਾ ਅਗਲਾ ਪ੍ਰਸ਼ਨ ਹੈ 7ਵਾਂ ਕਿ ਬਈ ਇਹਨਾਂ ਵਿੱਚੋਂ ਕਿਹੜਾ ਦੇਸ਼ ਦਾ ਸੰਵਿਧਾਨ ਅਲਿਖਤੀ ਹੈ। ਤਾਂ ਦੋਸਤੋ ਇੰਗਲੈਂਡ। ਲੋਕਤੰਤਰ ਇੱਕ ਅਜਿਹੀ ਸਰਕਾਰ ਹੈ ਜਿਸ ਵਿੱਚ ਹਰ ਵਿਅਕਤੀ ਦਾ ਹਿੱਸਾ ਹੁੰਦਾ ਹੈ। ਇਹ ਕਿਸ ਦਾ ਕਥਨ ਹੈ। ਤਾਂ ਦੋਸਤੋ ਇਹ ਅਬਰਾਹਮ ਲਿੰਕਨ ਦਾ ਦੋਸਤੋ ਇਹ ਕਥਨ ਹੈ। ਦੂਸਰਾ ਪ੍ਰਸ਼ਨ ਦੇਖੋ ਦੋਸਤੋ ਹੁਣ 9ਵਾਂ ਪ੍ਰਸ਼ਨ, ਭਾਰਤ ਵਿੱਚ ਕਿਹੜੀ ਸਰਕਾਰ ਹੈ। ਤਾਂ ਦੋਸਤੋ ਸੰਸਦੀ ਸਰਕਾਰ। ਇਕਾਤਮਕ ਸਰਕਾਰ ਵਾਲਾ ਦੇਸ਼ ਕਿਹੜਾ ਹੈ। ਤਾਂ ਦੋਸਤੋ ਚੀਨ। ਸਰਕਾਰ ਦਾ ਕਿਹੜਾ ਅੰਗ ਕਾਨੂੰਨ ਬਣਾਉਂਦਾ ਹੈ। ਤਾਂ ਦੋਸਤੋ ਵਿਧਾਨ ਪਾਲਿਕਾ। ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਭਾਰਤ ਦਾ ਸੰਵਿਧਾਨ ਕਿਸ ਦੁਆਰਾ ਤਿਆਰ ਕੀਤਾ ਗਿਆ। ਸੰਵਿਧਾਨ ਸਭਾ ਦੇ ਦੁਆਰਾ। ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੁਣ ਤੱਕ ਕਿੰਨੀ ਵਾਰ ਸ਼ੋਧਾਂ ਹੋ ਚੁੱਕੀਆਂ ਨੇ। ਤਾਂ ਦੋਸਤੋ ਇੱਕ ਵਾਰ। 14ਵਾਂ ਪ੍ਰਸ਼ਨ, ਕਿਹੜਾ ਮੌਲਿਕ ਅਧਿਕਾਰ ਬਾਕੀ ਸਾਰੇ ਮੌਲਿਕ ਅਧਿਕਾਰਾਂ ਦਾ ਆਧਾਰ ਹੈ। ਠੀਕ ਹੈ ਜੀ। ਤਾਂ ਸੰਵਿਧਾਨਿਕ ਉਪਭਾਵਾਂ ਦਾ ਅਧਿਕਾਰ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ ਹਨ। ਤਾਂ ਦੋਸਤੋ ਇਹ ਭਾਗ ਚੌਥੇ ਦੇ ਵਿੱਚ ਦਰਜ ਹਨ। 16ਵਾਂ ਪ੍ਰਸ਼ਨ, ਮੌਲਿਕ ਕਰਤੱਵ ਸੰਵਿਧਾਨ ਵਿੱਚ ਕਦੋਂ ਸ਼ਾਮਿਲ ਕੀਤੇ ਗਏ ਸਨ। ਤਾਂ ਦੋਸਤੋ 1976 ਦੇ ਵਿੱਚ। ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਦਰਜ ਹੈ। ਤਾਂ ਅਨੁਛੇਦ 52 ਦੇ ਵਿੱਚ। ਅਗਲਾ ਪ੍ਰਸ਼ਨ, ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ ਹੈ। ਤਾਂ ਦੋਸਤੋ ਉਪ ਰਾਸ਼ਟਰਪਤੀ। ਪੰਜਾਬ ਵਿੱਚ ਲੋਕ ਸਭਾ ਤੇ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹਨ। ਤਾਂ ਦੋਸਤੋ 13 ਅਤੇ 7। ਠੀਕ ਹੈ ਜੀ। ਤੇ 13 ਮਤਲਬ ਲੋਕ ਸਭਾ ਦੀਆਂ ਨੇ, ਰਾਜ ਸਭਾ ਦੀਆਂ 7 ਨੇ। ਠੀਕ ਹੈ ਜੀ। ਤੇ ਅਗਲਾ ਹੈ ਦੋਸਤੋ, ਰਾਜ ਵਿਧਾਨ ਸਭਾ ਦੇ ਮੈਂਬਰ ਨੂੰ ਕੀ ਕਿਹਾ ਜਾਂਦਾ ਹੈ। MLA। ਠੀਕ ਹੈ ਜੀ, ਮਤਲਬ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਅਗਲਾ ਦੋਸਤੋ ਪ੍ਰਸ਼ਨ ਕੀ ਆਪਣਾ, ਅਧਿਕਾਰ ਵਿਅਕਤੀ ਦੇ ਜਿਹੜਾ ਹੈਗਾ ਵਾ ਵਿਕਾਸ ਲਈ ਜ਼ਰੂਰੀ ਨਹੀਂ ਹਨ। ਤਾਂ ਦੋਸਤੋ ਸਹੀ। ਕੋਈ ਇੱਕ ਆਰਥਿਕ ਜਿਹੜਾ ਹੈਗਾ ਅਧਿਕਾਰ ਲਿਖੋ। ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਕੰਮ ਕਰਨ ਦਾ ਅਧਿਕਾਰ। ਅਗਲਾ ਪ੍ਰਸ਼ਨ, ਲਿਬਰਟੀ ਸ਼ਬਦ ਦਾ ਮੂਲ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ। ਤਾਂ ਦੋਸਤੋ ਲਾਤੀਨੀ ਤੋਂ ਲਿਆ ਗਿਆ ਹੈ। ਇੱਕ ਚੰਗਾ ਕਾਨੂੰਨ ਲੋਕਮਤ ਤੇ ਆਧਾਰਿਤ ਹੁੰਦਾ ਹੈ। ਤਾਂ ਦੋਸਤੋ ਬਿਲਕੁਲ ਸਹੀ ਹੈ ਇਹ। ਅੱਗੇ ਸਰਕਾਰ ਦੇ ਕਿੰਨੇ ਅੰਗ ਹਨ। ਤਾਂ ਦੋਸਤੋ 3 ਨੇ। ਠੀਕ ਹੈ ਜੀ। ਤੇ ਕਿਹੜੇ ਕਿਹੜੇ ਹਨ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵਾ। ਅੱਗੇ ਹੈ ਕਿ ਭਾਰਤੀ ਸੰਵਿਧਾਨ ਦੇ ਅਨੁਛੇਦ 14, 18 ਸਮਾਨ ਜਿਹੜਾ ਹੈਗਾ ਡੈਸ਼ ਦੇ ਸਮਾਨਤਾ ਅਧਿਕਾਰ ਨਾਲ ਸੰਬੰਧਿਤ ਹਨ। ਠੀਕ ਹੈ ਜੀ। ਤਾਂ ਇੱਥੇ ਸਮਾਨਤਾ ਇਸ ਦਾ ਰਾਈਟ ਆਨਸਰ ਆ ਜਾਏਗਾ। ਵਰਤਮਾਨ ਸਮੇਂ ਵਿੱਚ ਲੋਕ ਸਭਾ ਦਾ ਸਪੀਕਰ ਕੌਣ ਹੈ। ਤਾਂ ਦੋਸਤੋ ਸ਼੍ਰੀ ਓਮ ਬਿਰਲਾ। ਠੀਕ ਹੈ ਜੀ। ਹੈਗੇ ਆ ਜਿਹੜੇ ਸਪੀਕਰ ਲੋਕ ਸਭਾ ਦੇ। ਭਾਰਤ ਵਿੱਚ ਹਾਈ ਕੋਰਟਾਂ ਦੀ ਸੰਖਿਆ ਦੋਸਤੋ ਕਿੰਨੀ ਹੈ। 25 ਹੈ। ਠੀਕ ਹੈ ਜੀ। ਡਿਪਟੀ ਕਮਿਸ਼ਨਰ ਜ਼ਿਲ੍ਹੇ ਦਾ ਸਭ ਤੋਂ ਉੱਚ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਹੈ। ਠੀਕ ਹੈ ਜੀ। ਤਾਂ ਬਿਲਕੁਲ ਹਾਂ ਹੁੰਦਾ ਹੈ। ਅੱਗੇ ਹੈ ਦੋਸਤੋ, ਡੈਸ਼ ਦੁਆਰਾ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ। ਤਾਂ ਦੋਸਤੋ ਰਾਸ਼ਟਰਪਤੀ ਯਾਨੀ ਕਿ ਪ੍ਰੈਜ਼ੀਡੈਂਟ ਵੱਲੋਂ ਜਿਹੜੀ ਹੈਗੀ ਕੀਤੀ ਜਾਂਦੀ ਹੈ। ਠੀਕ ਹੈ ਜੀ। ਭਾਗ ਆੜਾ ਦੇਖ ਲਓ ਦੋਸਤੋ, 2-2 ਅੰਕਾਂ ਦੇ ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ, ਨਕਾਰਾਤਮਕ ਸੁਤੰਤਰਤਾ ਦਾ ਕੀ ਅਰਥ ਹੈ। ਤਾਂ ਦੋਸਤੋ ਜਿਸ ਸੁਤੰਤਰਤਾ ਤੋਂ ਕੋਈ ਜਿਹੜੀ ਹੈਗੀ ਰੋਕ ਟੋਕ ਨਾ ਹੋਵੇ। ਕਾਨੂੰਨੀ ਸਮਾਨਤਾ ਤੋਂ ਕੀ ਭਾਵ ਹੈ, ਜਦੋਂ ਕਾਨੂੰਨ ਸਾਰਿਆਂ ਲਈ ਇੱਕ ਸਮਾਨ ਹੋਣ। ਠੀਕ ਹੈ ਜੀ। ਅਬਰਾਹਮ ਲਿੰਕਨ ਨੇ ਲੋਕਤੰਤਰ ਦੀ ਪਰਿਭਾਸ਼ਾ ਦਿੱਤੀ ਹੈ। ਠੀਕ ਹੈ ਜੀ। ਤਾਂ ਆਨਸਰ ਦੇਖੋ, ਲੋਕਤੰਤਰ ਲੋਕਾਂ ਦੁਆਰਾ ਤੇ ਲੋਕਾਂ ਲਈ ਜਿਹੜੀ ਹੈਗੀ ਇਹ ਸਰਕਾਰ ਹੈ। ਠੀਕ ਹੈ। ਅਗਲਾ ਪ੍ਰਸ਼ਨ ਦੋਸਤੋ, ਭਾਰਤ ਦੇ ਰਾਸ਼ਟਰਪਤੀ ਦੀ ਚੋਣ ਜਿਹੜੀ ਹੈ ਕਿਸ ਦੁਆਰਾ ਕੀਤੀ ਜਾਂਦੀ ਹੈ। ਤਾਂ ਦੋਸਤੋ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਮੰਡਲ ਦੁਆਰਾ ਜਿਹੜੀ ਹੈ ਕੀਤੀ ਜਾਂਦੀ ਹੈ। 6ਵਾਂ ਪ੍ਰਸ਼ਨ, ਰਾਜ ਦਾ ਸੰਵਿਧਾਨਕ ਮੁਖੀਆ ਕਿਸ ਨੂੰ ਕਿਹਾ ਜਾਂਦਾ ਹੈ। ਤਾਂ ਦੋਸਤੋ ਰਾਜਪਾਲ ਰਾਜ ਦਾ ਸੰਵਿਧਾਨਕ ਮੁਖੀਆ ਹੁੰਦਾ ਹੈ। ਠੀਕ ਹੈ ਜੀ। ਭਾਰਤ ਦੇ ਸੰਵਿਧਾਨ ਦੇ ਕਿੰਨੇ ਅਨੁਛੇਦ ਅਤੇ ਅਨੁਸੂਚੀਆਂ ਹਨ। ਤਾਂ ਦੋਸਤੋ ਆਨਸਰ ਇਹਦਾ ਦੇਖੋ 395 ਅਨੁਛੇਦ ਅਤੇ 12 ਅਨੁਸੂਚੀਆਂ ਹਨ। ਠੀਕ ਹੈ ਜੀ। ਹੁਣ ਹੈ ਭਾਗ ਈੜੀ। ਤਾਂ 4-4 ਅੰਕਾਂ ਵਾਲੇ ਪ੍ਰਸ਼ਨ ਨੇ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਇਹਦੇ ਵਿੱਚ ਕਿ ਕਾਨੂੰਨ ਦੇ ਕੋਈ 4 ਸੋਮੇ ਲਿਖੋ। ਤਾਂ ਦੋਸਤੋ ਚਲੋ ਦੇਖਦੇ ਹਾਂ ਆਨਸਰ ਇਸ ਦਾ। ਆ ਦੇਖੋ ਦੋਸਤੋ, ਕਾਨੂੰਨ ਦੇ 4 ਸੋਮੇ ਕਿਹੜੇ ਨੇ। ਰੀਤੀ ਰਿਵਾਜ, ਧਰਮ, ਵਿਧਾਨ ਮੰਡਲ, ਅਦਾਲਤੀ ਫੈਸਲੇ। ਇਹਨਾਂ ਨੂੰ ਤੁਸੀਂ ਜਿਹੜਾ ਹੈਗਾ ਐਕਸਪਲੇਨ ਕਰਕੇ ਵੀ ਲਿਖ ਦੇਣਾ ਵਾ। 2-2 ਲਾਈਨਾਂ ਇਹਦੀਆਂ ਲਿਖ ਦਿਓ ਐਕਸਪਲੇਨ ਕਰਕੇ। ਠੀਕ ਹੈ। ਮੈਂ ਤੁਹਾਨੂੰ ਸਿਰਫ ਪੁਆਇੰਟ ਹੀ ਦੱਸ ਰਿਹਾ ਹਾਂ। ਅੱਗੇ ਦੋਸਤੋ, ਸੰਘਾਤਮਕ ਸਰਕਾਰ ਦੀਆਂ ਕੋਈ 4 ਵਿਸ਼ੇਸ਼ਤਾਵਾਂ ਲਿਖੋ। ਤਾਂ ਦੋਸਤੋ ਦੇਖੋ, ਸੰਘਾਤਮਕ ਸਰਕਾਰ ਦੀਆਂ 4 ਵਿਸ਼ੇਸ਼ਤਾਵਾਂ, ਲਿਖਤੀ ਸੰਵਿਧਾਨ, ਕਠੋਰ ਸੰਵਿਧਾਨ, ਵਿਸ਼ਿਆਂ ਦੀ ਵੰਡ, ਰਾਜਾਂ ਦੇ ਵੱਖਰੇ ਸੰਵਿਧਾਨ। ਤਾਂ ਦੋਸਤੋ ਆਹ ਵਾਲੇ ਪੁਆਇੰਟ ਨੂੰ ਵੀ ਤੁਸੀਂ 2-2 ਲਾਈਨਾਂ ਦੇ ਵਿੱਚ ਐਕਸਪਲੇਨ ਕਰਕੇ ਲਿਖ ਦੇਣਾ ਵਾ। ਠੀਕ ਹੈ ਜੀ। ਅਗਲਾ ਦੋਸਤੋ ਪ੍ਰਸ਼ਨ ਕੀ ਹੈ ਆਪਣਾ ਕਿ 10ਵਾਂ ਪ੍ਰਸ਼ਨ ਆ, ਸੰਸਦੀ ਸਰਕਾਰ ਦੀਆਂ ਕੋਈ 4 ਵਿਸ਼ੇਸ਼ਤਾਵਾਂ
ਲਿਖੋ। ਤਾਂ ਦੋਸਤੋ ਸੰਸਦੀ ਸਰਕਾਰ ਦੀਆਂ 4 ਵਿਸ਼ੇਸ਼ਤਾਵਾਂ ਦੇਖੋ, ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿੱਚ ਗੂੜੇ ਸੰਬੰਧ, ਕਾਰਜਪਾਲਿਕਾ ਦੇ 2 ਰੂਪ, ਪ੍ਰਧਾਨ ਮੰਤਰੀ ਦੀ ਅਗਵਾਈ, ਸਮੂਹਿਕ ਜ਼ਿੰਮੇਵਾਰੀ। ਤਾਂ ਇਹ ਇਸ ਦਾ ਆंसर ਹੋ ਜਾਏਗਾ। ਅਗਲਾ ਪ੍ਰਸ਼ਨ ਦੋਸਤੋ ਕੀ ਕੋਈ 4 ਮੌਲਿਕ ਕਰਤੱਵ ਲਿਖੋ। ਠੀਕ ਹੈ ਜੀ, 11ਵਾਂ ਪ੍ਰਸ਼ਨ ਆ। ਤਾਂ ਦੇਖੋ 4 ਮੌਲਿਕ ਕਰਤੱਵ ਕੀ ਨੇ? ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ, ਸੰਵਿਧਾਨ ਦੀ ਜਿਹੜੀ ਹੈ ਪਾਲਣਾ ਕਰਨੀ, ਸਰਵਜਨਕ ਸੰਪत्ति ਦੀ ਰੱਖਿਆ ਕਰਨੀ, ਕੁਦਰਤੀ ਵਾਤਾਵਰਣ ਦੀ ਸੰਭਾਲ ਕਰਨੀ, ਦੇਸ਼ ਦੀ ਜਿਹੜੀ ਹੈਗੀ ਸੇਵਾ ਕਰਨੀ। ਠੀਕ ਹੈ ਜੀ, ਤਾਂ ਇਹ ਆंसर ਹੋ ਗਿਆ। ਅੱਗੇ ਹੈ ਮੰਤਰੀ ਪਰਿਸ਼ਦ ਅਤੇ ਮੰਤਰੀ ਮੰਡਲ ਵਿਚਕਾਰ ਕੀ ਅੰਤਰ ਹਨ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਮੰਤਰੀ ਪਰਿਸ਼ਦ ਅਤੇ ਮੰਤਰੀ ਮੰਡਲ ਦੇ ਵਿਚਕਾਰ ਜਿਹੜਾ ਅੰਤਰ, ਮੰਤਰੀ ਮੰਡਲ ਜਿਹੜਾ ਹੈਗਾ ਵਾ ਮੰਤਰੀ ਮੰਡਲ ਮੰਤਰੀ ਪਰਿਸ਼ਦ ਦਾ ਭਾਗ ਹੈ। ਮੰਤਰੀ ਮੰਡਲ ਵਿੱਚ ਕੈਬਨਿਟ ਮੰਤਰੀ ਹੁੰਦੇ ਹਨ, ਪਰ ਮੰਤਰੀ ਪਰਿਸ਼ਦ ਵਿੱਚ ਹਰੇਕ ਪ੍ਰਕਾਰ ਦੇ ਮੰਤਰੀ ਹੁੰਦੇ ਹਨ। ਮੰਤਰੀ ਮੰਡਲ ਦੀਆਂ ਬੈਠਕਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ, ਪਰ ਮੰਤਰੀ ਪਰਿਸ਼ਦ ਦੀ ਨਹੀਂ। ਮੰਤਰੀ ਮੰਡਲ ਦੀ ਆਕਾਰ ਜਿਹੜਾ ਹੈਗਾ ਦੋਸਤੋ ਆਕਾਰ ਵਿੱਚ ਜਿਹੜਾ ਹੈਗਾ ਛੋਟਾ ਹੁੰਦਾ ਹੈ, ਪਰ ਮੰਤਰੀ ਪਰਿਸ਼ਦ ਦਾ ਆਕਾਰ ਵਿੱਚ ਵੱਡਾ ਹੁੰਦਾ ਹੈ। ਤਾਂ ਇਹ ਇਸ ਦਾ ਆंसर ਹੋ ਜਾਏਗਾ। ਅੱਗੇ ਹੈ ਦੋਸਤੋ ਆਪਣਾ ਲੋਕ ਸਭਾ ਅਤੇ ਰਾਜ ਸਭਾ ਦੀਆਂ ਸ਼ਕਤੀਆਂ ਵਿਚਕਾਰ ਕੀ ਅੰਤਰ ਹਨ। ਤਾਂ ਦੋਸਤੋ ਦੇਖੋ ਇਹਦਾ ਆंसर ਵੀ ਲੋਕ ਸਭਾ ਅਤੇ ਰਾਜ ਸਭਾ ਦੀਆਂ ਸ਼ਕਤੀਆਂ ਵਿਚਕਾਰ ਅੰਤਰ। ਤਾਂ ਦੇਖੋ ਸਧਾਰਨ ਬਿੱਲ ਦੇ ਮਾਮਲੇ ਵਿੱਚ ਦੋਨਾਂ ਦੀਆਂ ਸ਼ਕਤੀਆਂ ਬਰਾਬਰ ਹਨ। ਧਨ ਬਿੱਲ ਦੇ ਮਾਮਲੇ ਵਿੱਚ ਲੋਕ ਸਭਾ ਰਾਜ ਸਭਾ ਦੇ ਮੁਕਾਬਲੇ ਸ਼ਕਤੀਸ਼ਾਲੀ ਹੈ। ਮੰਤਰੀ ਪਰਿਸ਼ਦ ਨੂੰ ਹਟਾਉਣ ਦੀ ਸ਼ਕਤੀ ਲੋਕ ਸਭਾ ਕੋਲ ਹੈ। ਜੇਕਰ ਸੰਵਿਧਾਨ ਵਿੱਚ ਕੋਈ ਸ਼ੋਧ ਕਰਨੀ ਹੈ ਤਾਂ ਦੋਨਾਂ ਦੀਆਂ ਸ਼ਕਤੀਆਂ ਬਰਾਬਰ ਹਨ। ਠੀਕ ਹੈ, ਤਾਂ ਇਹ ਇਸ ਦਾ ਆंसर ਹੋ ਜਾਏਗਾ। ਅੱਗੇ ਹੈ ਦੋਸਤੋ ਭਾਗ ਸੱਸਾ ਵਾ। ਠੀਕ ਹੈ ਜੀ, ਤਾਂ ਇਹਦੇ ਵਿੱਚ ਨਾ ਥੋੜਾ ਜਿਹਾ ਦੇਖ ਸਕਦੇ ਦੋਸਤੋ, ਇੱਥੇ ਨਾ ਹੈ ਮਿਸਿੰਗ ਆ। ਠੀਕ ਹੈ ਜੀ, ਆਹ ਜਿਵੇਂ ਕਿ ਪ੍ਰਿੰਟਿੰਗ ਦੇ ਵਿੱਚ ਕੁਝ ਗੜਬੜੀ ਹੋ ਗਈ ਹੋਣੀ ਆ। ਠੀਕ ਹੈ ਜੀ, ਤਾਂ ਇੱਥੇ ਥੋੜਾ ਇਹ ਪ੍ਰਿੰਟਿੰਗ ਦੇ ਵਿੱਚ ਇੱਥੇ ਗੜਬੜੀ ਹੈ, ਚਲੋ ਕੋਈ ਨਹੀਂ। ਠੀਕ ਹੈ ਜੀ, ਆਪਾਂ ਦੇਖਦੇ ਹਾਂ ਦੋਸਤੋ। ਹੁਣ ਦੇਖੋ ਆਹ ਲਿਖਿਆ ਨਾ, ਭਾਰਤ ਦੇ ਸੰਵਿਧਾਨ ਦੇ ਨਿਰਮਾਣ 1946 ਵਿੱਚ ਕੈਬਨਿਟ ਮਿਸ਼ਨ ਦੀਆਂ ਸਿਫਾਰਿਸ਼ਾਂ ਜਾਂ ਤੇ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਸੀ। ਠੀਕ ਹੈ ਜੀ, ਤਾਂ ਇਹ ਪੂਰਾ ਨਹੀਂ ਹੈਗਾ, ਚਲੋ ਕੋਈ ਨਹੀਂ। ਆਪਾਂ ਸਿੱਧਾ ਇਹਨਾਂ ਦੇ ਪੈਰਾ ਜਿਹਾ ਪੜ੍ਹ ਕੇ ਨਾ ਫਿਰ ਥੱਲੇ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਹਨ। ਠੀਕ ਹੈ, ਤਾਂ ਦੇਖੋ ਦੋਸਤੋ ਬਾਕੀ ਇੱਥੋਂ ਤੋਂ ਲੈ ਕੇ ਤੁਸੀਂ ਇੱਥੇ ਤੱਕ ਰੀਡ ਕਰ ਲਓ। ਠੀਕ ਹੈ ਜੀ, ਆਹ ਜਿਹੜਾ ਦਿੱਤਾ ਹੋਇਆ 1946 ਤੋਂ ਸੰਵਿਧਾਨ ਸਭਾ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਠੀਕ ਹੈ ਜੀ, ਤਾਂ ਇਸ ਤੋਂ ਪੜ੍ਹ ਲਓ। ਫਿਰ ਇਸ ਤੋਂ ਬਾਅਦ ਆਪਾਂ ਪ੍ਰਸ਼ਨ ਦੇ ਉੱਤਰ ਦੇਖ ਲੈਂਦੇ ਹਾਂ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ? ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਉਪਰੋਕਤ ਪੈਰੇ ਦੇ ਆਧਾਰ ਤੇ ਦਿਓ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ? ਭਾਰਤ ਦਾ ਸੰਵਿਧਾਨ ਕਿਸ ਦੁਆਰਾ ਜਿਹੜਾ ਹੈਗਾ ਤਿਆਰ ਕੀਤਾ ਗਿਆ। ਠੀਕ ਹੈ ਜੀ, ਤਾਂ ਇਹਦਾ ਆंसर ਦੋਸਤੋ ਆ ਜਾਏਗਾ ਆਪਣਾ ਦੇਖੋ ਸੰਵਿਧਾਨ ਸਭਾ ਦੇ ਦੁਆਰਾ। ਠੀਕ ਹੈ ਜੀ, ਤੇ ਦੂਸਰਾ ਪ੍ਰਸ਼ਨ ਕੀ ਹੈ ਦੋਸਤੋ? ਭਾਰਤ ਦੇ ਸੰਵਿਧਾਨ ਦਾ ਉਦੇਸ਼ ਪ੍ਰਤਾਪ ਕਿਸ ਦੁਆਰਾ ਜਿਹੜਾ ਹੈਗਾ ਵਾ ਕੀਤਾ ਗਿਆ ਸੀ। ਤਾਂ ਦੋਸਤੋ ਇਹਦਾ ਆंसर ਆਏਗਾ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ। ਅਗਲਾ ਪ੍ਰਸ਼ਨ ਕੀ ਹੈ? ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਬੁਲਾਈ ਗਈ ਸੀ। ਠੀਕ ਹੈ ਜੀ, ਤਾਂ ਇਹਦਾ ਆंसर ਤੁਸੀਂ ਦੇਖ ਸਕਦੇ ਹੋ। ਹਾਂਜੀ, 9 ਦਸੰਬਰ 1946 ਨੂੰ। ਠੀਕ ਹੈ ਜੀ, ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਕੀ ਹੈ? ਸਹੀ ਮਿਲਾਨ ਕਰੋ। ਤਾਂ ਦੇਖੋ ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ। ਠੀਕ ਹੈ ਜੀ, ਤਾਂ ਇਹਦਾ ਕੀ ਆ ਜਾਏਗਾ ਦੋਸਤੋ? ਇਹਦਾ ਆ ਜਾਏਗਾ ਦੋਸਤੋ ਡਾਕਟਰ ਰਾਜਿੰਦਰ ਪ੍ਰਸਾਦ। ਠੀਕ ਹੈ ਜੀ, ਤਾਂ ਇਹਦਾ ਦੋਸਤੋ ਆ ਜਾਏਗਾ ਡਾਕਟਰ ਰਾਜਿੰਦਰ ਪ੍ਰਸਾਦ। ਦੂਸਰਾ ਹੈਗਾ ਦੋਸਤੋ ਖਰੜਾ ਕਮੇਟੀ ਦੇ ਪ੍ਰਧਾਨ। ਠੀਕ ਹੈ ਜੀ, ਤਾਂ ਖਰੜਾ ਕਮੇਟੀ ਦੇ ਪ੍ਰਧਾਨ ਦੋਸਤੋ ਡਾਕਟਰ ਭੀਮ ਰਾਓ ਅੰਬੇਦਕਰ। ਠੀਕ ਹੈ ਜੀ, ਤੇ ਇੱਥੇ ਆ ਜਾਏਗਾ ਦੋਸਤੋ ਆਪਣਾ ਡਾਕਟਰ ਭੀਮ ਰਾਓ ਅੰਬੇਦਕਰ ਇਹਦਾ। ਠੀਕ ਹੈ, ਦੂਸਰੇ ਦਾ। ਤੇ ਦੋਸਤੋ ਤੀਸਰਾ ਹੈਗਾ ਆਪਣਾ ਸੰਵਿਧਾਨ ਦੇ ਜਿਹੜਾ ਹੈਗਾ ਸੰਵਿਧਾਨ ਦਾ ਬਣ ਕੇ ਤਿਆਰ ਹੋਣਾ। ਠੀਕ ਹੈ ਜੀ, ਤਾਂ ਇਹਦਾ ਦੋਸਤੋ ਆ ਜਾਏਗਾ 26 ਨਵੰਬਰ 1949। ਠੀਕ ਹੈ ਜੀ, ਤਾਂ 26 ਨਵੰਬਰ 1949 ਇਹਦਾ ਆंसर ਆ ਜਾਏਗਾ। ਦੇਖ ਲਓ ਕਿੱਥੇ ਆ ਰਿਹਾ ਦੋਸਤੋ 26 ਨਵੰਬਰ 1949। ਠੀਕ ਹੈ ਜੀ, ਤੇ ਹੁਣ ਦੋਸਤੋ ਆਖਰੀ ਆਪਣਾ ਸੰਵਿਧਾਨ ਦਾ ਲਾਗੂ ਹੋਣਾ। ਤਾਂ ਦੋਸਤੋ ਇਹ ਤਾਂ ਤੁਹਾਨੂੰ ਪਤਾ ਹੀ ਹੈ, ਹਰ ਸਾਲ ਜਿਹੜਾ ਹੈਗਾ 26 ਜਨਵਰੀ ਮਨਾਇਆ ਜਾਂਦਾ ਵਾ। ਉਹ ਇਸੇ ਲਈ ਮਨਾਇਆ ਜਾਂਦਾ ਵਾ। ਠੀਕ ਹੈ ਜੀ, 1950 ਦੇ ਵਿੱਚ ਇਹ ਲਾਗੂ ਹੋ ਗਿਆ ਸੀਗਾ 26 ਜਨਵਰੀ ਦੋਸਤੋ ਇਹਦਾ ਰਾਈਟ ਆंसर ਹੋ ਜਾਏਗਾ। ਠੀਕ ਹੈ ਜੀ, ਤਾਂ ਸੰਵਿਧਾਨ ਦਾ ਲਾਗੂ ਹੋਣਾ ਤਾਂ ਦੋਸਤੋ ਇਹਦਾ ਇਹ ਆंसर ਆ ਜਾਏਗਾ, ਜਿਵੇਂ ਕਿ ਤੁਸੀਂ ਇੱਥੇ ਵੀ ਦੇਖ ਸਕਦੇ ਹੋ। ਹਾਂਜੀ, ਇਹਦਾ ਸੀਗਾ ਸੰਵਿਧਾਨ ਦਾ ਲਾਗੂ ਹੋਣਾ, ਤਾਂ ਇਹਦਾ ਦੋਸਤੋ ਇਹ 26 ਜਨਵਰੀ 1950 ਆ ਜਾਵੇਗਾ ਇਹ ਆंसर। ਤਾਂ ਦੁਬਾਰਾ ਤੁਹਾਨੂੰ ਦੱਸ ਦੇਣਾ ਕਿ ਕੀ ਹੈ ਇਹਦਾ ਆंसर। ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਦੋਸਤੋ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ। ਖਰੜਾ ਕਮੇਟੀ ਦੇ ਜੋ ਪ੍ਰਧਾਨ ਕੌਣ ਸੀਗੇ? ਡਾਕਟਰ ਭੀਮ ਰਾਓ ਅੰਬੇਦਕਰ। ਠੀਕ ਹੈ ਜੀ, ਸੰਵਿਧਾਨ ਬਣ ਕੇ ਤਿਆਰ ਹੋਣਾ ਤਾਂ ਦੋਸਤੋ ਇਹ ਹੋਇਆ ਸੀਗਾ ਆਪਣਾ 26 ਨਵੰਬਰ 1949 ਦੇ ਵਿੱਚ। ਠੀਕ ਹੈ ਜੀ, ਸੰਵਿਧਾਨ ਦਾ ਲਾਗੂ ਹੋਣਾ ਤਾਂ ਦੋਸਤੋ ਇਹ ਹੋਇਆ ਸੀਗਾ 26 ਜਨਵਰੀ 1950 ਦੇ ਵਿੱਚ। ਠੀਕ ਹੈ ਜੀ, ਤੇ ਇਸ ਤਰ੍ਹਾਂ ਦੋਸਤੋ ਇਹ ਆਪਣਾ ਆंसर ਹੋ ਜਾਏਗਾ। ਠੀਕ ਹੈ, ਤਾਂ ਵੇਟ ਦੋਸਤੋ ਇੱਥੇ ਕੁਛ ਤਾਂ ਗੜਬੜੀ ਹੋਈ ਆ। ਰੁਕੋ ਕੁਛ ਤੁਹਾਨੂੰ ਗੱਲ ਦੱਸਦਾ ਵਾ ਮੈਂ, ਪਰ ਵੇਟ ਦੋਸਤੋ ਇੱਥੇ ਕੁਛ ਸੀਗਾ ਆਪਣਾ। ਹਾਂਜੀ, ਨਹੀਂ ਸਹੀ ਆ ਦੋਸਤੋ, ਬਿਲਕੁਲ ਸਹੀ ਆ ਆਪਣਾ ਆंसर ਦੋਸਤੋ। ਇਹ ਮਤਲਬ ਇਹਦੇ ਵਿੱਚ ਨਾ ਆਹ 2 ਗਲਤ ਦਿੱਤੇ ਹੋਏ ਨੇ। ਠੀਕ ਹੈ ਜੀ, ਇੱਕ ਤਾਂ ਆਹ ਵਾਲਾ ਨਹੀਂ ਹੈਗਾ ਇਹਦੇ ਵਿੱਚ ਤੇ ਇੱਕ ਆਹ ਨਹੀਂ ਹੈਗਾ। ਠੀਕ ਹੈ ਜੀ, ਬਾਕੀ ਇਹ ਆंसर ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦੇਣਾ। ਇਹ ਦੋਸਤੋ ਆ ਜਾਊਗਾ ਇਹਦੇ ਨਾਲ। ਠੀਕ ਹੈ ਜੀ, ਤੇ ਇਹ ਦੋਸਤੋ ਆ ਜਾਊਗਾ ਇਹਦੇ ਨਾਲ। ਠੀਕ ਹੈ ਜੀ, ਤੇ ਇਹ ਦੋਸਤੋ ਆ ਜਾਊਗਾ ਆਪਣਾ ਇਹਦੇ ਨਾਲ, ਤੇ ਇਹਦਾ ਦੋਸਤੋ ਇਹਦੇ ਨਾਲ ਆ ਜਾਊਗਾ। ਇਹ ਆंसर ਆਪਣਾ ਹੋ ਗਿਆ। ਓਕੇ ਦੋਸਤੋ, ਇਹ ਕਰੈਕਟ ਹੋ ਗਿਆ ਆਪਣਾ ਬਿਲਕੁਲ। ਤੇ ਦੋਸਤੋ ਹੁਣ ਤੁਹਾਡਾ ਭਾਗ ਹਾਹਾ ਵਾ। ਠੀਕ ਹੈ ਜੀ, ਤੇ ਇਹ ਦੋਸਤੋ ਪ੍ਰਸ਼ਨ ਹੈਗਾ 6 ਅੰਕਾਂ ਵਾਲੇ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ? ਰਾਜਨੀਤੀ ਸ਼ਾਸਤਰ ਵਿਸ਼ੇ ਦਾ ਕੀ ਮਹੱਤਵ ਹੈ। ਤਾਂ ਦੋਸਤੋ ਚਲੋ ਆंसर ਦੇਖਦੇ ਹਾਂ। ਤਾਂ ਦੇਖੋ ਰਾਜਨੀਤੀ ਸ਼ਾਸਤਰ ਵਿਸ਼ੇ ਦਾ ਮਹੱਤਵ ਤਾਂ ਦੇਖੋ ਰਾਜ ਬਾਰੇ ਜਾਣਕਾਰੀ ਦੇਣਾ। ਇਹ ਵਿਸ਼ਾ ਸਾਨੂੰ ਰਾਜ ਬਾਰੇ ਜਾਣਕਾਰੀ ਦਿੰਦਾ ਹੈ। ਸਰਕਾਰ ਬਾਰੇ ਜਾਣਕਾਰੀ ਦੇਣਾ। ਠੀਕ ਹੈ ਜੀ, ਇਹ ਵਿਸ਼ਾ ਸਾਨੂੰ ਸਰਕਾਰ ਬਾਰੇ ਜਾਣਕਾਰੀ ਦਿੰਦਾ ਹੈ। ਅਧਿਕਾਰਾਂ ਤੇ ਕਰਤੱਵਾਂ ਬਾਰੇ ਜਾਣਕਾਰੀ। ਇਹ ਵਿਸ਼ਾ ਸਾਨੂੰ ਜਿਹੜਾ ਹੈਗਾ ਦੋਸਤੋ ਅਧਿਕਾਰਾਂ ਤੇ ਕਰਤੱਵਾਂ ਬਾਰੇ ਜਾਣਕਾਰੀ ਦਿੰਦਾ ਹੈ। ਇਹ ਵਿਸ਼ਾ ਇੱਕ ਆਦਰਸ਼ ਨਾਗਰਿਕ ਬਣਨ ਵਿੱਚ ਮਦਦ ਕਰਦਾ ਹੈ।
ਅੰਤਰਰਾਸ਼ਟਰੀ ਸੰਗਠਨਾਂ ਬਾਰੇ ਜਾਣਕਾਰੀ ਦਿੰਦਾ ਹੈ। ਲੋਕਤੰਤਰ ਦੀ ਸਫਲਤਾ ਲਈ ਇਸ ਵਿਸ਼ੇ ਦਾ ਗਿਆਨ ਜ਼ਰੂਰੀ ਹੈ। ਠੀਕ ਹੈ, ਤੇ ਤੁਸੀਂ ਇਸ ਨੂੰ ਹੋਰ ਵੱਡਾ ਕਰਕੇ ਲਿਖ ਦਿਓ। ਠੀਕ ਹੈ ਜੀ, ਰਾਜ ਦੀ ਪਰਿਭਾਸ਼ਾ ਲਿਖੋ ਅਤੇ ਰਾਜ ਦੇ ਜ਼ਰੂਰੀ ਤੱਤਾਂ ਦਾ ਵਰਣਨ ਕਰੋ। ਤਾਂ ਦੋਸਤੋ ਦੇਖੋ ਰਾਜ ਦੀ ਪਰਿਭਾਸ਼ਾ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਜਿਹੜਾ ਹੈਗਾ ਡਾਕਟਰ ਇੱਥੇ ਲਿਖਿਆ ਹੋਇਆ ਦੋਸਤੋ ਆਪਣਾ, ਹਾਂਜੀ, ਡਾਕਟਰ ਗਾਰਨਰ ਅਨੁਸਾਰ, ਠੀਕ ਹੈ ਜੀ, ਰਾਜ ਥੋੜ੍ਹੇ ਜਾਂ ਫਿਰ ਬਹੁਤੇ ਲੋਕਾਂ ਦਾ ਇੱਕ ਜਿਹੜਾ ਹੈਗਾ ਵਾ ਸੰਗਠਿਤ ਸਮੂਹ ਹੈ ਜੋ ਦੋਸਤੋ ਕਿਸੇ ਨਿਸ਼ਚਿਤ ਭੂ ਭਾਗ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਸੰਗਠਿਤ ਸਰਕਾਰ ਹੋਵੇ ਅਤੇ ਜਿਨ੍ਹਾਂ ਦੇ ਹੁਕਮਾਂ ਦੀ ਪਾਲਣਾ ਲੋਕ ਸੁਭਾਵਿਕ ਰੂਪ ਨਾਲ ਜਿਹੜਾ ਹੈਗਾ ਦੋਸਤੋ ਕਰਦੇ ਹੋਣ। ਰਾਜ ਦੇ ਦੋਸਤੋ 4 ਜ਼ਰੂਰੀ ਤੱਤ ਤਾਂ ਜਨਸੰਖਿਆ, ਨਿਸ਼ਚਿਤ ਖੇਤਰ, ਸਰਕਾਰ ਤੇ ਆਪਣਾ ਪ੍ਰਭੂ ਸੱਤਾ। ਠੀਕ ਹੈ, ਤੇ ਤੁਸੀਂ ਇਸ ਨੂੰ ਐਕਸਪਲੇਨ ਵੀ ਕਰਕੇ ਲਿਖ ਦੇਣਾ ਵਾ 3 ਲਾਈਨਾਂ ਦੇ ਵਿੱਚ। ਠੀਕ ਹੈ ਜੀ, ਆਹ ਜਿਹੜੇ ਪੁਆਇੰਟ ਦੱਸੇ ਆ ਮੈਂ ਤੁਹਾਨੂੰ, ਕਿਉਂਕਿ ਇਹ ਵੱਡਾ ਪ੍ਰਸ਼ਨ ਆ। ਅੱਗੇ ਦੋਸਤੋ ਭਾਰਤ ਦੇ ਸੰਵਿਧਾਨ ਦੀ ਵਿਸ਼ੇਸ਼ਤਾਵਾਂ ਲਿਖੋ। ਤਾਂ ਦੋਸਤੋ ਚਲੋ ਦੇਖਦੇ ਹਾਂ ਭਾਰਤ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਤਾਂ ਦੇਖੋ ਪਹਿਲਾਂ ਇਹ ਲਿਖਤੀ ਅਤੇ ਵਿਸ਼ਾਲ ਸੰਵਿਧਾਨ। ਠੀਕ ਹੈ ਜੀ, ਆਈਵਰ ਤੇ ਆਪਣਾ ਦੋਸਤੋ ਜੈਨਿਕਸ ਦੇ ਅਨੁਸਾਰ ਇਹ ਦੁਨੀਆ ਦਾ ਸਭ ਤੋਂ ਲੰਬਾ ਅਤੇ ਵਿਸ਼ਾਲ ਸੰਵਿਧਾਨ ਹੈ। ਭਾਰਤੀ ਸੰਵਿਧਾਨ ਅਮਰੀਕਾ ਦੇ ਸੰਵਿਧਾਨ ਦੀ ਤਰ੍ਹਾਂ ਲਿਖਤੀ ਹੈ। ਮੌਲਿਕ ਸੰਵਿਧਾਨ ਵਿੱਚ 395 ਆਰਟੀਕਲ, ਅਨੁਛੇਦ ਜਾਂ ਧਾਰਾਵਾਂ, 8 ਅਨੁਸੂਚੀਆਂ ਅਤੇ ਇਸ ਵਿੱਚ 12 ਵਿੱਚ ਜਿਹੜਾ ਹੈਗਾ ਵੰਡਿਆ ਹੋਇਆ ਹੈ। ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਮੰਨਿਆ ਗਿਆ ਹੈ। ਸੰਵਿਧਾਨ ਦੀ ਸ਼ੁਰੂਆਤ ਪ੍ਰਸਤਾਵਨਾ ਤੋਂ ਕੀਤੀ ਗਈ ਹੈ। ਭਾਰਤੀ ਸੰਵਿਧਾਨ ਵਿੱਚ ਸਮੇਂ-ਸਮੇਂ ਤੇ ਕਈ ਸੋਧਾਂ ਕੀਤੀਆਂ ਗਈਆਂ ਹਨ। ਇਸ ਵਿੱਚ ਅੱਜ ਤੱਕ ਭਾਰਤੀ ਸੰਵਿਧਾਨ ਦੇ 445 ਆਰਟੀਕਲ ਅਤੇ 12 ਜਿਹੜਾ ਹੈਗਾ ਦੋਸਤੋ ਆਪਣਾ 12 ਅਨੁਸੂਚੀਆਂ ਤੇ 25 ਭਾਗ ਜਿਹੜੇ ਹੈਗੇ ਬਣ ਗਏ ਹਨ। ਨਵੇਂ ਆਰਟੀਕਲ ਨੂੰ ਦੋਸਤੋ ਆਰਟੀਕਲ A, ਆਰਟੀਕਲ B ਦਾ ਨਾਮ ਦਿੱਤਾ ਗਿਆ ਹੈ। ਅਸਲ ਵਿੱਚ ਕੁੱਲ ਮੌਲਿਕ ਆਰਟੀਕਲ 395 ਹੀ ਹਨ। ਤੇ ਅੱਗੇ ਹੈ ਦੋਸਤੋ ਦੂਸਰਾ ਪੁਆਇੰਟ, ਕਈ ਦੇਸ਼ਾਂ ਤੋਂ ਲਿਆ ਗਿਆ ਸੰਵਿਧਾਨ। 1935 ਦੇ ਐਕਟ ਦੇ ਅਨੁਸਾਰ ਸੰਘ ਰਾਜ ਦਾ ਨਿਰਮਾਣ, ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ, ਕੇਂਦਰ ਦਾ ਸ਼ਕਤੀਸ਼ਾਲੀ ਹੋਣਾ। ਇੰਗਲੈਂਡ ਦੇ ਸੰਵਿਧਾਨ ਤੋਂ ਦੋਸਤੋ ਸੰਸਦੀ ਸ਼ਾਸਨ ਪ੍ਰਣਾਲੀ, ਦੋ ਸਦਨੀ ਵਿਧਾਨ ਮੰਡਲ ਅਤੇ ਕਾਨੂੰਨ ਸ਼ਾਸਨ ਵਰਗੇ ਸਿਧਾਂਤ ਲਏ ਗਏ। ਅਮਰੀਕਾ ਦੇ ਸੰਵਿਧਾਨ ਤੋਂ ਦੋਸਤੋ ਪ੍ਰਸਤਾਵਨਾ, ਮੌਲਿਕ ਅਧਿਕਾਰ, ਸਰਵਉੱਚ ਅਦਾਲਤਾਂ ਦਾ ਸੰਗਠਨ ਅਤੇ ਸ਼ਕਤੀਆਂ। ਕੈਨੇਡਾ ਦੇ ਸੰਵਿਧਾਨ ਤੋਂ ਦੋਸਤੋ ਸੰਘਾਤਮਕ ਪ੍ਰਣਾਲੀ ਅਤੇ ਬਚੀਆਂ ਸ਼ਕਤੀਆਂ ਕੇਂਦਰ ਨੂੰ ਦੇਣ ਦਾ ਵਿਚਾਰ ਲਿਆ ਗਿਆ ਹੈ। ਠੀਕ ਹੈ, ਆਸਟ੍ਰੇਲੀਆ ਦੇ ਸੰਵਿਧਾਨ ਤੋਂ ਦੋਸਤੋ ਸਮਵਰਤੀ ਵਿਸ਼ਿਆਂ ਦੀ ਸੂਚੀ ਲਈ ਗਈ ਹੈ। ਆਇਰਲੈਂਡ ਦੇ ਸੰਵਿਧਾਨ ਤੋਂ ਦੋਸਤੋ ਰਾਜਨੀਤੀ ਦੇ ਨੀਤੀ ਨਿਰਦੇਸ਼ਕ ਸਿਧਾਂਤ ਅਤੇ ਰਾਸ਼ਟਰਪਤੀ ਦੇ ਚੋਣ ਮੰਡਲ ਦੀ ਵਿਵਸਥਾ ਲਿੱਤੀ ਗਈ ਹੈ। ਜਰਮਨੀ ਦੇ ਸੰਵਿਧਾਨ ਤੋਂ ਦੋਸਤੋ ਰਾਸ਼ਟਰਪਤੀ ਦੀਆਂ ਸੰਕਟਕਾਲੀਨਿਕ ਸ਼ਕਤੀਆਂ ਨਾਲ ਲਈਆਂ ਗਈਆਂ ਹਨ। ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਦੋਸਤੋ ਸੰਵਿਧਾਨ ਵਿੱਚ ਸੋਧ ਕਰਨ ਦੀ ਵਿਧੀ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਦੀ ਵਿਧੀ ਲਿੱਤੀ ਗਈ ਹੈ। ਤੀਸਰਾ ਪੁਆਇੰਟ, ਨਾ ਜ਼ਿਆਦਾ ਲਚਕੀਲਾ ਅਤੇ ਨਾ ਜ਼ਿਆਦਾ ਕਠੋਰ ਸੰਵਿਧਾਨ। ਭਾਰਤੀ ਸੰਵਿਧਾਨ ਵਿੱਚ ਸੋਧ ਕਰਨ ਦਾ ਤਰੀਕਾ ਨਾ ਤਾਂ ਅਮਰੀਕਾ ਦੇ ਸੰਵਿਧਾਨ ਦੀ ਤਰ੍ਹਾਂ ਸਖਤ ਹੈ, ਨਾ ਹੀ ਇੰਗਲੈਂਡ ਦੇ ਸੰਵਿਧਾਨ ਦੀ ਤਰ੍ਹਾਂ ਲਚਕੀਲਾ ਹੈ। ਇਸ ਤੋਂ ਭਾਵ ਹੈ ਕਿ ਬਈ ਸਮੇਂ ਦੇ ਹਾਲਾਤ ਅਨੁਸਾਰ ਦੋਸਤੋ ਸੰਵਿਧਾਨ ਵਿੱਚ ਸੋਧ ਕੀਤੀ ਜਾ ਸਕਦੀ ਹੈ। ਤੇ ਅੱਗੇ ਲਿਖਿਆ ਹੋਇਆ ਦੋਸਤੋ ਆਪਣਾ ਸੰਵਿਧਾਨ ਦੀਆਂ ਕੁਝ ਧਾਰਾਵਾਂ ਨੂੰ ਸੰਸਦ ਦੇ ਜਿਹੜੇ ਹੈਗੇ ਸਧਾਰਨ ਬਹੁਮਤ ਨਾਲ ਬਦਲਿਆ ਜਾ ਸਕਦਾ ਹੈ ਅਤੇ ਕਈ ਧਾਰਾਵਾਂ ਨੂੰ ਬਦਲਣ ਲਈ ਸੰਸਦ ਦੇ 2/3 ਬਹੁਮਤ ਤੋਂ ਇਲਾਵਾ ਘੱਟੋ ਘੱਟ 5 ਰਾਜਾਂ ਦੇ ਵਿਧਾਨ ਮੰਡਲ ਦੀ ਜਿਹੜੀ ਹੈਗੀ ਆਪਣੀ ਮਨਜ਼ੂਰੀ ਚਾਹੀਦੀ ਹੈ। ਠੀਕ ਹੈ ਜੀ, ਤੇ ਅੱਗੇ ਦੋਸਤੋ ਸੰਸਦੀ ਸਰਕਾਰ। ਭਾਰਤ ਵਿੱਚ ਸੰਸਦੀ ਸਰਕਾਰ ਪਾਈ ਜਾਂਦੀ ਹੈ। ਇਸ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਦੋਸਤੋ ਗੂੜਾ ਸੰਬੰਧ ਹੁੰਦਾ ਹੈ। ਰਾਸ਼ਟਰਪਤੀ ਨਾ ਮਾਤਰ ਦਾ ਕਾਰਜਪਾਲਿਕਾ ਹੁੰਦਾ ਹੈ ਅਤੇ ਪ੍ਰਧਾਨ ਮੰਤਰੀ ਅਸਲੀ ਕਾਰਜਪਾਲਿਕਾ ਹੁੰਦਾ ਹੈ। ਕਾਰਜਪਾਲਿਕਾ ਸ਼ਕਤੀਆਂ ਅਸਲੀ ਵਿੱਚ ਵਰਤੋਂ ਪ੍ਰਧਾਨ ਮੰਤਰੀ ਕਰਦਾ ਹੈ। ਇਹ ਸ਼ਾਸਨ ਪ੍ਰਣਾਲੀ ਇੰਗਲੈਂਡ ਤੋਂ ਲਈ ਗਈ ਹੈ ਕਿਉਂਕਿ ਸਾਡੇ ਨੇਤਾ ਇਸ ਪ੍ਰਣਾਲੀ ਤੋਂ ਚੰਗੀ ਤਰ੍ਹਾਂ ਵਾਕਿਫ ਹਨ। ਅੱਗੇ ਹੈ ਮੌਲਿਕ ਅਧਿਕਾਰ। ਤਾਂ ਦੇਖੋ ਭਾਰਤੀ ਸੰਵਿਧਾਨ ਵਿੱਚ ਆਰਟੀਕਲ 12 ਤੋਂ 35 ਤੱਕ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਹੈ। ਇਹਨਾਂ ਦੀ ਕੁੱਲ ਗਿਣਤੀ 6 ਹੈ, ਜਿਵੇਂ ਕਿ ਦੋਸਤੋ ਸਮਾਨਤਾ ਦਾ ਅਧਿਕਾਰ ਜੋ ਕਿ ਧਾਰਾ 14 ਤੋਂ 18 ਤੱਕ ਸੰਬੰਧ ਆ, ਤੇ ਸ਼ੋਸ਼ਣ ਵਿਰੁੱਧ ਅਧਿਕਾਰ ਦੋਸਤੋ ਜੋ ਕਿ ਧਾਰਾ 23 ਤੋਂ 24 ਤੱਕ ਸੰਬੰਧ ਆ, ਤੇ ਆਪਣਾ ਸੱਭਿਆਚਾਰਕ ਤੇ ਵਿਦਿਅਕ ਅਧਿਕਾਰ ਦਾ ਦੋਸਤੋ ਜੋ ਕਿ ਧਾਰਾ 29 ਤੇ 30 ਤੇ ਸੰਬੰਧ ਆ। ਅੱਗੇ ਹੈ ਦੋਸਤੋ ਸੁਤੰਤਰਤਾ ਦਾ ਅਧਿਕਾਰ ਜੋ ਕਿ ਧਾਰਾ 19 ਤੋਂ 22 ਦੇ ਵਿੱਚ ਸੰਬੰਧ ਆ। ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦੋਸਤੋ ਜੋ ਕਿ ਧਾਰਾ 25, 28 ਨਾਲ ਸੰਬੰਧਿਤ ਆ। ਤੇ ਅੱਗੇ ਹੈ ਦੋਸਤੋ ਆਪਣਾ ਸੰਵਿਧਾਨਕ ਉਪਭਾਵਾਂ ਦਾ ਅਧਿਕਾਰ ਜੋ ਕਿ ਧਾਰਾ 32 ਨਾਲ ਸੰਬੰਧਿਤ ਆ। ਠੀਕ ਹੈ ਜੀ, ਨੋਟ ਧਾਰਾ 31 ਜੋ ਕਿ ਦੋਸਤੋ ਸੰਪत्ति ਦਾ ਅਧਿਕਾਰ ਸੀ, ਜਿਸ ਨੂੰ ਦੋਸਤੋ 44ਵੀਂ ਸੋਧ ਦੁਆਰਾ ਜਿਹੜਾ ਹੈਗਾ 1979 ਵਿੱਚ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਕੇ ਆਮ ਅਧਿਕਾਰ ਜਿਹੜਾ ਹੈਗਾ ਦੋਸਤੋ ਇੱਥੇ ਨਾ ਦਿੱਤਾ। ਠੀਕ ਹੈ ਜੀ, ਬਣਾ ਦਿੱਤਾ। ਅੱਗੇ ਦੋਸਤੋ ਮੌਲਿਕ ਕਰਤੱਵ। ਭਾਰਤੀ ਸੰਵਿਧਾਨ ਵਿੱਚ 1976 ਅਤੇ 42ਵੀਂ ਸੋਧ ਦੇ ਦੁਆਰਾ ਦੋਸਤੋ ਮੌਲਿਕ ਕਰਤੱਵ ਜਿਹੜੇ ਹੈਗੇ ਸ਼ਾਮਿਲ ਕੀਤੇ ਗਏ। ਮੌਲਿਕ ਕਰਤੱਵ ਰੂਸ ਦੇਸ਼ ਤੋਂ ਲਏ ਗਏ ਹਨ। ਇਹਨਾਂ ਸੰਵਿਧਾਨ ਦੇ ਚੌਥੇ ਭਾਗ ਵਿੱਚ ਜਿਹੜਾ ਹੈਗਾ ਚੈਪਟਰ 4A ਦੇ ਅਨੁਸਾਰ ਇੱਕ ਨਵੀਂ ਧਾਰਾ 51A ਵਿਵਸਥਾ ਕੀਤੀ ਗਈ ਹੈ। ਭਾਰਤੀ ਸੰਵਿਧਾਨ ਵਿੱਚ 11 ਮੌਲਿਕ ਕਰਤੱਵ ਸ਼ਾਮਿਲ ਕੀਤੇ ਗਏ ਹਨ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਤਾਂ ਇਹ ਸਿਧਾਂਤ ਆਇਰਲੈਂਡ ਦੇ ਸੰਵਿਧਾਨ ਤੋਂ ਲਏ ਗਏ ਹਨ। ਭਾਰਤ ਦੇ ਸੰਵਿਧਾਨ ਦੇ ਚੌਥੇ ਅਧਿਆਏ ਵਿੱਚ ਧਾਰਾ 36 ਤੋਂ ਲੈ ਕੇ ਧਾਰਾ 51 ਤੱਕ ਸ਼ਾਮਿਲ ਕੀਤੇ ਗਏ ਹਨ। ਇਹਨਾਂ ਸਿਧਾਂਤਾਂ ਦਾ ਮੁੱਖ ਉਦੇਸ਼ ਭਾਰਤ ਵਿੱਚ ਸਮਾਜਿਕ ਆਰਥਿਕ ਲੋਕਤੰਤਰ ਕਾਇਮ ਜਿਹੜਾ ਹੈਗਾ ਕਰਨਾ ਹੈ। ਭਾਵੇਂ ਇਹ ਸਿਧਾਂਤ ਨਿਆਂਯੋਗ ਨਹੀਂ ਹੈ ਪਰ ਫਿਰ ਵੀ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹਨ। ਅੱਗੇ ਦੋਸਤੋ ਸੁਤੰਤਰ ਨਿਆਂਪਾਲਿਕਾ। ਭਾਰਤੀ ਸੰਵਿਧਾਨ ਅਨੁਸਾਰ
ਭਾਰਤ ਵਿੱਚ ਜਿਹੜਾ ਹੈਗਾ ਦੋਸਤੋ ਸੁਤੰਤਰਤ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਲੋਕਾਂ ਦੇ ਅਧਿਕਾਰਾਂ ਦੀ ਸੁਤੰਤਰਤਾ ਦੀ ਰੱਖਿਆ ਜਿਹੜੀ ਹੈਗੀ ਅਤੇ ਸਰਕਾਰ ਦੀ ਜਿਹੜੀ ਹੈਗੀ ਮਨਮਰਜ਼ੀ ਨੂੰ ਰੋਕਿਆ ਜਾਵੇ। ਜੱਜਾਂ ਦੀ ਨਿਯੁਕਤੀ ਅਤੇ ਨਿਰਪੱਖ ਤਰੀਕੇ ਨਾਲ ਕੀਤੀ ਜਾਣ ਦੀ ਵਿਵਸਥਾ ਹੈ। ਨਿਆਂਪਾਲਿਕਾ ਪੁਨਰ ਨਿਰੀਖਣ ਦੀ ਸ਼ਕਤੀ ਤਾਂ ਦੋਸਤੋ ਨਿਆਂਪਾਲਿਕਾ ਪੁਨਰ ਨਿਰੀਖਣ ਤੋਂ ਭਾਵ ਜੀ ਕਿ ਜੇਕਰ ਰਾਜ ਸਰਕਾਰ ਜਾਂ ਫਿਰ ਕੇਂਦਰੀ ਸਰਕਾਰ ਕੋਈ ਅਜਿਹਾ ਕਾਨੂੰਨ ਜਾਂ ਅਧਿਆਦੇਸ਼ ਜਾਂ ਕੋਈ ਸਮਝੌਤਾ ਦੂਜੇ ਦੇਸ਼ ਨਾਲ ਕੀਤਾ ਹੋਵੇ ਪਰ ਉਹ ਦੋਸਤੋ ਸੰਵਿਧਾਨ ਦੇ ਵਿਰੁੱਧ ਹੋਵੇ ਤਾਂ ਉਸ ਨੂੰ ਸਰਵਉੱਚ ਅਦਾਲਤ ਦੇ ਵਿੱਚ ਗੈਰ ਕਾਨੂੰਨੀ ਘੋਸ਼ਿਤ ਕਰ ਸਕਦੀ ਹੈ। ਇਹ ਸ਼ਕਤੀ ਅਮਰੀਕਾ ਦੀ ਸਰਵਉੱਚ ਅਦਾਲਤ ਕੋਲ ਵੀ ਹੈ। ਠੀਕ ਹੈ ਜੀ, ਤੇ ਸਰਵਉੱਚ ਅਦਾਲਤ ਦੋਸਤੋ ਗੈਰ ਕਾਨੂੰਨੀ ਘੋਸ਼ਿਤ ਕਰ ਸਕਦੀ ਹੈ। ਇਹ ਸ਼ਕਤੀ ਅਮਰੀਕਾ ਦੇ ਸਰਵਉੱਚ ਅਦਾਲਤ ਕੋਲ ਵੀ ਹੈ। ਅੱਗੇ ਹੈ ਦੋਸਤੋ ਸੰਘਾਤਮਕ ਸ਼ਾਸਨ ਪ੍ਰਣਾਲੀ। ਸੰਵਿਧਾਨ ਦੇ ਦੋਸਤੋ ਧਾਰਾ 1 ਦੇ ਅਨੁਸਾਰ ਭਾਰਤ ਨੂੰ ਦੋਸਤੋ ਰਾਜਾਂ ਦਾ ਜਿਹੜਾ ਹੈਗਾ ਸੰਘ ਕਿਹਾ ਜਾਂਦਾ ਹੈ। ਇਸ ਸਮੇਂ ਭਾਰਤ ਵਿੱਚ ਜਿਹੜਾ ਹੈਗਾ ਵਾ ਦੋਸਤੋ ਦੇਖ ਸਕਦੇ ਹੋ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਸੰਘਾਤਮਕ ਸ਼ਾਸਨ ਪ੍ਰਣਾਲੀ ਤੋਂ ਭਾਵ ਜਦੋਂ ਸੰਵਿਧਾਨ ਦੇ ਅਨੁਸਾਰ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਹੋਵੇ। ਇਸ ਤੋਂ ਇਲਾਵਾ ਸੰਵਿਧਾਨ ਲਿਖਤੀ ਅਤੇ ਕਠੋਰ ਹੋਵੇ, ਸੁਤੰਤਰ ਨਿਆਂਪਾਲਿਕਾ ਅਤੇ ਸੰਵਿਧਾਨ ਦੀ ਸਰਵਉੱਚਤਾ ਹੋਵੇ। ਅੱਗੇ ਦੋਸਤੋ ਇਕਾਤਮਕ ਸ਼ਾਸਨ ਪ੍ਰਣਾਲੀ। ਇਕਾਤਮਕ ਸਰਕਾਰ ਤੋਂ ਭਾਵ ਹੈ ਜਦੋਂ ਸ਼ਕਤੀਆਂ ਦੀ ਵੰਡ ਇਸ ਤਰੀਕੇ ਨਾਲ ਕੀਤੀ ਹੋਵੇ ਕਿ ਕੇਂਦਰ ਜ਼ਿਆਦਾ ਸ਼ਕਤੀਸ਼ਾਲੀ ਬਣ ਜਾਵੇ, ਜਿਵੇਂ ਭਾਰਤ ਵਿੱਚ ਕੀਤਾ ਗਿਆ ਹੈ। ਕੇਂਦਰ ਨੂੰ ਸੰਘੀ ਸ਼ਕਤੀਆਂ ਤੋਂ ਇਲਾਵਾ ਬਚੀਆਂ ਹੋਈਆਂ ਸ਼ਕਤੀਆਂ ਵੀ ਦਿੱਤੀਆਂ ਗਈਆਂ ਹਨ ਤੇ ਇੱਕ ਹੀਰੀ ਨਾਗਰਿਕਤਾ, ਰਾਸ਼ਟਰਪਤੀ ਦੀ ਸੰਕਟਕਾਲੀਨ ਸ਼ਕਤੀਆਂ ਤੇ ਇੱਕ ਹੀਰੀ ਸੰਗਠਨ ਨਿਆਂਪਾਲਿਕਾ। ਇਕਾਤਮਕ ਜਿਹੜਾ ਹੈਗਾ ਸਰਕਾਰ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ ਜੋ ਭਾਰਤੀ ਸੰਵਿਧਾਨ ਵਿੱਚ ਪਾਈਆਂ ਜਾਂਦੀਆਂ ਹਨ। ਠੀਕ ਹੈ ਜੀ, ਬਾਲਕ ਵੋਟ ਦਾ ਅਧਿਕਾਰ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਬਾਲਕ ਵੋਟ ਦਾ ਅਧਿਕਾਰ ਕੀ ਹੈ। ਭਾਰਤ ਸੰਵਿਧਾਨ ਅਨੁਸਾਰ ਹਰ 18 ਸਾਲ ਤੋਂ ਉੱਪਰ ਨਾਗਰਿਕਾਂ ਨੂੰ ਕਿਸੇ ਵੀ ਭੇਦਭਾਵ ਤੋਂ ਵੋਟ ਪਾਉਣ ਦਾ ਜਿਹੜਾ ਹੈਗਾ ਅਧਿਕਾਰ ਦਿੱਤਾ ਗਿਆ ਹੈ। ਇਹ ਬਹੁਤ ਹੀ ਮਹੱਤਵਪੂਰਨ ਅਧਿਕਾਰ ਹੈ ਜਿਸ ਨਾਲ ਨਾਗਰਿਕ ਆਪਣੀ ਵੋਟ ਦਾ ਸਹੀ ਵਰਤੋਂ ਕਰਦੇ ਹੋਵੇ ਅਤੇ ਸਰਕਾਰ ਬਣਾਉਂਦੇ ਹਨ। ਦੋ ਸਦਨੀ ਵਿਧਾਨ ਮੰਡਲ ਦੀ ਸਥਾਪਨਾ। ਸੰਵਿਧਾਨ ਨੇ ਜਿਹੜਾ ਹੈਗਾ ਵਾ ਕੇਂਦਰ ਵਿੱਚ ਜਿਹੜਾ ਹੈਗਾ ਦੋਸਤੋ 2 ਸਦਨੀ ਵਿਧਾਨ ਮੰਡਲ ਦੀ ਸਥਾਪਨਾ ਕੀਤੀ ਹੈ। ਠੀਕ ਹੈ ਜੀ, ਜਿਵੇਂ ਇੱਕ ਰਾਜ ਸਭਾ ਤੇ ਦੂਜਾ ਲੋਕ ਸਭਾ। ਰਾਜ ਸਭਾ ਸਥਾਈ ਸਦਨ ਹੈ, ਠੀਕ ਹੈ ਜੀ, ਜੋ ਕਿ ਦੋਸਤੋ ਰਾਜ ਦੀ ਪ੍ਰਤੀਨਿਧਤਾ ਕਰਦਾ ਹੈ। ਠੀਕ ਹੈ ਜੀ, ਅਤੇ ਲੋਕ ਸਭਾ ਅਸਥਾਈ ਸਦਨ ਹੈ ਜੋ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਨੂੰ 5 ਸਾਲ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਹੈ। ਇੱਕ ਰਾਸ਼ਟਰਪਤੀ ਭਾਸ਼ਾ। ਠੀਕ ਹੈ ਜੀ, ਭਾਰਤੀ ਸੰਵਿਧਾਨ ਨੇ ਕੁੱਲ ਜਿਹੜਾ ਹੈਗਾ ਦੋਸਤੋ ਕੁੱਲ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ਪਰ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਘੋਸ਼ਿਤ ਕੀਤਾ ਗਿਆ ਹੈ। ਹਿੰਦੀ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਹਿੰਦੀ ਭਾਸ਼ਾ ਅੰਗਰੇਜ਼ੀ ਭਾਸ਼ਾ ਦੀ ਥਾਂ ਲੈ ਸਕੇ। ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਕਬੀਲਿਆਂ ਲਈ ਜਿਹੜਾ ਹੈਗਾ ਵਾ ਵਿਸ਼ੇਸ਼ ਵਿਵਸਥਾ। ਸਮਾਨਤਾ ਦਾ ਅਧਿਕਾਰ ਜੋ ਕਿ ਦੋਸਤੋ ਆਰਟੀਕਲ 14 ਤੋਂ 18 ਤੱਕ ਹੈ। ਠੀਕ ਹੈ ਜੀ, ਤਾਂ ਇਸ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਬਰਾਬਰ ਮੰਨਿਆ ਗਿਆ ਹੈ। ਸਦੀਆਂ ਤੋਂ ਚੱਲੀ ਆ ਰਹੀ ਛੂਤ-ਛਾਤ ਦੀ ਸਮਾਜਿਕ ਬਿਮਾਰੀ ਨੂੰ ਭਾਰਤੀ ਸੰਵਿਧਾਨ ਨੇ ਖਤਮ ਕੀਤਾ ਗਿਆ ਹੈ। ਇਹਨਾਂ ਜਾਤੀਆਂ ਲਈ ਦੋਸਤੋ ਗਿਣਤੀ ਦੇ ਅਨੁਪਾਤ ਅਨੁਸਾਰ ਦੋਸਤੋ ਕੁਝ ਸਥਾਨ ਰਾਖਵੇਂ ਰੱਖੇ ਗਏ ਹਨ। ਇਹਨਾਂ ਦੇ ਹਿੱਤਾਂ ਦੀ ਰੱਖਿਆ ਲਈ ਦੋਸਤੋ ਰਾਸ਼ਟਰੀ ਆਯੋਗ ਦੀ ਵਿਵਸਥਾ ਕੀਤੀ ਗਈ ਹੈ। ਭਾਰਤ ਵਿੱਚ ਦੋਸਤੋ ਜਿਹੜਾ ਹੈਗਾ ਵਾ ਪ੍ਰਭੂ ਸੱਤਾ ਸੰਪੰਨ ਰਾਜ ਹੈ। ਠੀਕ ਹੈ ਜੀ, ਪ੍ਰਭੂ ਸੱਤਾ ਤੋਂ ਭਾਵ ਹੈ ਕਿ ਭਾਰਤ ਆਪਣੇ ਅੰਦਰੂਨੀ ਅਤੇ ਬਾਹਰੀ ਫੈਸਲੇ ਲੈਣ ਵਿੱਚ ਪੂਰੀ ਤਰ੍ਹਾਂ ਸੁਤੰਤਰ ਹੈ। ਹੁਣ ਭਾਰਤ ਉੱਪਰ ਕਿਸੇ ਦੇਸ਼ ਦਾ ਦਬਾਅ ਨਹੀਂ ਹੈ। ਅੱਜ ਭਾਰਤ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਹੈ। ਠੀਕ ਹੈ ਜੀ, ਤੇ ਅੱਗੇ ਦੋਸਤੋ ਭਾਰਤ ਇੱਕ ਜਿਹੜਾ ਹੈਗਾ ਦੋਸਤੋ ਨਿਰਪੱਖ ਰਾਜ ਹੈ। 42ਵੀਂ ਸੋਧ ਅਨੁਸਾਰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਧਰਮ ਨਿਰਪੱਖ ਸ਼ਬਦ ਜੋੜਿਆ ਗਿਆ ਹੈ ਜਿਸ ਤੋਂ ਭਾਵ ਹੈ ਕਿ ਭਾਰਤ ਕਿਸੇ ਖਾਸ ਧਰਮ ਨੂੰ ਕੋਈ ਵਿਸ਼ੇਸ਼ ਦਰਜਾ ਨਹੀਂ ਦਿੰਦਾ। ਭਾਰਤ ਦਾ ਕੋਈ ਵੀ ਸਰਕਾਰੀ ਧਰਮ ਨਹੀਂ ਹੈ। ਧਾਰਾ 25 ਤੋਂ 28 ਤੱਕ ਸੰਵਿਧਾਨ ਦੇ ਆਪਣੇ ਨਾਗਰਿਕਾਂ ਨੂੰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਹੋਇਆ ਹੈ। ਭਾਰਤ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਇਸ ਲਈ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਤਾਂ ਇਹ ਆਨਸਰ ਹੋ ਗਿਆ। ਅਗਲਾ ਪ੍ਰਸ਼ਨ ਦੋਸਤੋ ਕੀ ਹੈ। ਸੁਪਰੀਮ ਕੋਰਟ ਦੇ ਮੌਲਿਕ, ਅਪੀਲੀ ਅਤੇ ਸਲਾਹਕਾਰੀ ਅਧਿਕਾਰੀ ਖੇਤਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ। ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਮੌਲਿਕ ਵਾਲਾ ਦੇਖ ਲੈਂਦੇ ਹਾਂ। ਤਾਂ ਦੇਖੋ ਦੋਸਤੋ ਮੌਲਿਕ ਵਾਲਾ ਕਿੱਥੇ ਹੈ। ਹਾਂਜੀ, ਆ ਰਿਹਾ ਦੋਸਤੋ ਸੁਪਰੀਮ ਕੋਰਟ ਦਾ। ਠੀਕ ਹੈ ਜੀ, ਤਾਂ ਦੇਖੋ ਭਾਰਤੀ ਨਾਗਰਿਕਾਂ ਨੂੰ ਜਿਹੜਾ ਹੈਗਾ ਵਾ 6 ਮੌਲਿਕ ਅਧਿਕਾਰ ਦਿੱਤੇ ਗਏ ਹਨ। ਸੁਪਰੀਮ ਕੋਰਟ ਇਹਨਾਂ ਅਧਿਕਾਰਾਂ ਦੀ ਰੱਖਿਆ ਵੀ ਕਰਦੀ ਹੈ। ਜੇ ਕਿਸੇ ਵਿਅਕਤੀ ਜਾਂ ਫਿਰ ਸੰਸਥਾ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੋਵੇ ਤਾਂ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ। 42ਵੀਂ ਸੋਧ 1976 ਦੇ ਅਨੁਸਾਰ ਸੰਸਦ ਦੀ ਸੰਵਿਧਾਨ ਵਿੱਚ ਸੋਧ ਕਰਨ ਦੀ ਸ਼ਕਤੀ ਉੱਤੇ ਇਸ ਪ੍ਰਕਾਰ ਦੀ ਰੋਕ ਨਹੀਂ ਹੈ ਅਤੇ 368 ਦੇ ਅਨੁਸਾਰ ਦੋਸਤੋ ਕਿਸੇ ਵੀ ਸੰਵਿਧਾਨਿਕ ਸੋਧ ਨੂੰ ਕਿਸੇ ਵੀ ਅਦਾਲਤ ਵਿੱਚ ਕਿਸੇ ਵੀ ਆਧਾਰ ਤੇ ਵੰਗਾਰਿਆ ਨਹੀਂ ਜਾ ਸਕਦਾ। ਠੀਕ ਹੈ, ਤਾਂ ਇਹ ਆਨਸਰ ਹੋ ਗਿਆ। ਅਗਲਾ ਦੇਖੋ ਤੇ ਦੋਸਤੋ ਹੁਣ ਪੁੱਛਿਆ ਹੈ ਅਪੀਲੀ। ਠੀਕ ਹੈ ਜੀ, ਅਪੀਲੀ ਦਾ ਦੇਖ ਲੈਂਦੇ ਹਾਂ। ਠੀਕ ਹੈ ਜੀ, ਤਾਂ ਦੇਖੋ ਅਪੀਲੀ ਦਾ ਆ ਰਿਹਾ ਆਪਣਾ ਅਪੀਲੀ। ਹਾਂਜੀ, ਤਾਂ ਸੁਪਰੀਮ ਕੋਰਟ ਦਾ ਦੋਸਤੋ ਜਿਹੜਾ ਹੈਗਾ ਆਪਣਾ ਅਪੀਲੀ ਅਧਿਕਾਰ ਖੇਤਰ ਦਾ ਦੋਸਤੋ ਇਸ ਅਧਿਕਾਰ ਖੇਤਰ ਵਿੱਚ ਉਹ ਮੁਕੱਦਮੇ ਆਉਂਦੇ ਹਨ ਜਿਨ੍ਹਾਂ ਦਾ ਆਰੰਭ ਦੋਸਤੋ ਹੇਠਲੀਆਂ ਅਦਾਲਤਾਂ ਵਿੱਚ ਹੁੰਦਾ ਹੈ। ਹੇਠਲੀਆਂ ਅਦਾਲਤਾਂ ਦੇ ਫੈਸਲੇ ਅੰਤਿਮ ਨਹੀਂ ਹੁੰਦੇ। ਠੀਕ ਹੈ ਜੀ, ਉਹਨਾਂ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਅਪੀਲੀ ਅਧਿਕਾਰ ਖੇਤਰ ਨੂੰ ਦੋਸਤੋ ਜਿਹੜਾ ਹੈਗਾ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਸੰਵਿਧਾਨਿਕ ਮੁਕੱਦਮੇ। ਠੀਕ ਹੈ ਜੀ, ਭਾਰਤ ਦੀ ਕਿਸੇ ਵੀ ਹਾਈ ਕੋਰਟ ਦੇ ਜਿਹੜੇ ਹੈਗੇ ਦੀਵਾਨੀ, ਫੌਜਦਾਰੀ ਅਤੇ ਹੋਰ ਮੁਕੱਦਮਿਆਂ ਵਿੱਚ ਦਿੱਤੇ ਫੈਸਲਿਆਂ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਜੇ ਹਾਈ ਕੋਰਟ ਇਹ ਪ੍ਰਮਾਣਿਤ ਕਰ ਦੇਵੇ ਕਿ ਸੰਬੰਧਿਤ ਮੁਕੱਦਮੇ ਦਾ ਸੰਬੰਧ ਦੋਸਤੋ ਸੰਵਿਧਾਨ ਦੀ ਵਿਆਖਿਆ ਨਾਲ ਹੈ ਤਾਂ ਅਜਿਹੇ
ਫੈਸਲਿਆਂ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਸੁਪਰੀਮ ਕੋਰਟ ਦੇਸ਼ ਦਾ ਜਿਹੜਾ ਹੈਗਾ ਸੰਵਿਧਾਨ ਦੀ ਗਾਰਡੀਅਨ ਸੁਰੱਖਿਆ ਕਰਨ ਵਾਲਾ ਬਣ ਜਾਂਦੀ ਹੈ। ਤੇ ਅੱਗੇ ਦੋਸਤੋ ਦੀਵਾਨੀ ਮੁਕੱਦਮੇ ਉਹ ਮੁਕੱਦਮਾ ਜੋ ਆਮ ਮਹੱਤਤਾ ਤੇ ਜਾਂ ਕਾਨੂੰਨ ਮਹੱਤਵਪੂਰਨ ਪ੍ਰਸ਼ਨ ਨਾਲ ਦੋਸਤੋ ਸੰਬੰਧਿਤ ਹੋਵੇ। ਜੇ ਹਾਈ ਕੋਰਟ ਇਹ ਰਾਏ ਦੇਵੇ ਕਿ ਇਸ ਪ੍ਰਸ਼ਨ ਦੇ ਫੈਸਲੇ ਵਿੱਚ ਸੁਪਰੀਮ ਕੋਰਟ ਦੇ ਦਾਖਲ ਦੇਣ ਦੀ ਲੋੜ ਹੈ। ਠੀਕ ਹੈ ਜੀ। ਤੇ ਅਗਲਾ ਦੋਸਤੋ ਪੁਆਇੰਟ ਕੀ ਹੈ ਇੱਥੇ ਤੱਕ ਆਪਣਾ, ਹਾਂਜੀ ਅਗਲਾ ਕਿਹੜਾ ਸੀਗਾ, ਇੱਥੇ ਰੁਕਿਓ ਦੋਸਤੋ। ਹਾਂਜੀ, ਤਾਂ ਤੀਸਰਾ ਪੁਆਇੰਟ ਦੇਖੋ ਦੋਸਤੋ, ਫੌਜਦਾਰੀ ਮੁਕੱਦਮਿਆਂ ਵਿੱਚ ਅਪੀਲੀ ਅਧਿਕਾਰ ਖੇਤਰ ਤਾਂ ਜੇ ਕਿਸੇ ਹੇਠਲੀ ਅਦਾਲਤ ਨੇ ਕਿਸੇ ਦੋਸ਼ੀ ਨੂੰ ਛੱਡ ਦਿੱਤਾ ਹੋਵੇ ਪਰ ਅਪੀਲੀ ਕਾਰਨ ਦੋਸਤੋ ਹਾਈ ਕੋਰਟ ਨੇ ਉਸ ਨੂੰ ਆਦੇਸ਼ ਨੂੰ ਉਲਟਾ ਦਿੱਤਾ ਹੋਵੇ ਤਾਂ ਅਤੇ ਜਿਹੜਾ ਹੈਗਾ ਵਿਅਕਤੀ ਨੂੰ ਮੌਤ ਦੀ ਸਜ਼ਾ ਹੁਕਮ ਦਿੱਤੀ ਹੋਵੇ ਤਾਂ ਜਾਂ ਫਿਰ ਇਹ ਹਾਈ ਕੋਰਟ ਆਪਣੇ ਅਧੀਨ ਕੋਰਟ ਵਿੱਚ ਚੱਲ ਰਹੇ ਮੁਕੱਦਮੇ ਨੂੰ ਪ੍ਰੀਖਣ ਕਰਨ ਲਈ ਆਪਣੇ ਕੋਲ ਮੰਗਵਾ ਲਵੇ ਤਾਂ ਦੋਸ਼ੀ ਦੀ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ ਹੋਵੇ ਜਾਂ ਫਿਰ ਹਾਈ ਕੋਰਟ ਇਹ ਸਾਬਿਤ ਕਰ ਦੇਵੇ ਕਿ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਯੋਗ ਹੈ। ਤੇ ਚੌਥਾ ਪੁਆਇੰਟ ਤਾਂ ਦੇਖੋ ਦੋਸਤੋ, ਅਪੀਲ ਸੁਣਨ ਦੀ ਵਿਸ਼ੇਸ਼ ਇਜਾਜ਼ਤ ਦੇਣ ਦਾ ਅਧਿਕਾਰ। ਸੁਪਰੀਮ ਕੋਰਟ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਕਿਸੇ ਵੀ ਮਾਮਲੇ ਤੇ ਹੇਠਲੀਆਂ ਅਦਾਲਤਾਂ ਦੇ ਫੈਸਲੇ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇ ਸਕਦੀ ਹੈ ਪਰ ਸੈਨਿਕ ਕਾਨੂੰਨ ਅਧੀਨ ਸਥਾਪਿਤ ਅਦਾਲਤਾਂ ਨੂੰ ਦੋਸਤੋ ਇਜਾਜ਼ਤ ਨਹੀਂ ਹੈ। ਤੇ ਦੋਸਤੋ ਹੁਣ ਤੁਹਾਡਾ ਹੈਗਾ ਸਲਾਹ ਅਧਿਕਾਰ ਖੇਤਰ ਬਾਰੇ ਜਾਣਕਾਰੀ ਦਿਓ ਤਾਂ ਵੀ ਦੇਖਦੇ ਹਾਂ। ਤਾਂ ਦੋਸਤੋ ਦੇਖੋ ਸਲਾਹ ਸੰਬੰਧੀ ਅਧਿਕਾਰ ਤਾਂ ਦੇਖੋ ਦੋਸਤੋ ਰਾਸ਼ਟਰਪਤੀ ਜਿਹੜਾ ਹੈਗਾ ਵਾ, ਹਾਂਜੀ ਰਾਸ਼ਟਰਪਤੀ ਨੂੰ ਸੰਵਿਧਾਨ ਦੇ ਇਹ ਜਿਹੜੇ ਹੈਗਾ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਸੁਪਰੀਮ ਕੋਰਟ ਦੇ ਕਿਸੇ ਵੀ ਕਾਨੂੰਨੀ ਮਾਮਲੇ ਵਿੱਚ ਸਲਾਹ ਜਿਹੜਾ ਹੈਗਾ ਵਾ ਲੈ ਸਕਦਾ ਹੈ ਪਰ ਰਾਸ਼ਟਰਪਤੀ ਲਈ ਜ਼ਰੂਰੀ ਨਹੀਂ ਹੈ ਕਿ ਉਹ ਸੁਪਰੀਮ ਕੋਰਟ ਦੀ ਸਲਾਹ ਨੂੰ ਮੰਨੇ। ਮੌਲਿਕ ਅਧਿਕਾਰਾਂ ਦੀ ਰੱਖਿਆ, ਠੀਕ ਹੈ, ਭਾਰਤੀ ਨਾਗਰਿਕਾਂ ਨੂੰ ਦੋਸਤੋ 6 ਮੌਲਿਕ ਅਧਿਕਾਰ ਜਿਹੜੇ ਹੈਗੇ ਦੋਸਤੋ ਦਿੱਤੇ ਗਏ ਹਨ। ਠੀਕ ਹੈ ਜੀ। ਤੇ ਸੁਪਰੀਮ ਕੋਰਟ ਇਹਨਾਂ ਅਧਿਕਾਰਾਂ ਦੀ ਰੱਖਿਆ ਵੀ ਕਰਦੀ ਹੈ। ਜੇ ਕਿਸੇ ਵਿਅਕਤੀ ਜਾਂ ਫਿਰ ਸੰਸਥਾ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੋਵੇ ਤਾਂ ਮੌਲਿਕ ਅਧਿਕਾਰਾਂ ਦੀ ਰੱਖਿਆ ਜਿਹੜੀ ਹੈਗੀ ਸੁਪਰੀਮ ਕੋਰਟ ਵੱਲੋਂ ਜਿਹੜੀ ਹੈਗੀ ਅਪੀਲ ਕੀਤੀ ਜਾ ਸਕਦੀ ਹੈ। 42ਵੀਂ ਸ਼ੋਧ 1976 ਦੇ ਅਨੁਸਾਰ ਸੰਸਦੀ ਸੰਵਿਧਾਨ ਵਿੱਚ ਦੋਸਤੋ ਸ਼ੋਧ ਕਰਨ ਦੀ ਸ਼ਕਤੀ ਉੱਤੇ ਹੀ ਇਸ ਪ੍ਰਕਾਰ ਕਿਸੇ ਪ੍ਰਕਾਰ ਦੀ ਰੋਕ ਨਹੀਂ ਹੈ ਅਤੇ 368 ਦੇ ਅਨੁਸਾਰ ਦੋਸਤੋ ਸੰਵਿਧਾਨਕ ਸੋਧ ਨੂੰ ਕਿਸੇ ਵੀ ਅਦਾਲਤ ਜਾਂ ਫਿਰ ਕਿਸੇ ਵੀ ਆਧਾਰ ਤੇ ਵੰਗਾਰਿਆ ਨਹੀਂ ਜਾ ਸਕਦਾ ਹੈ। ਸੰਵਿਧਾਨ ਦੀਆਂ ਵਿਆਖਿਆ ਕਰਨ ਦਾ ਅਧਿਕਾਰ ਤਾਂ ਸੁਪਰੀਮ ਕੋਰਟ ਨੂੰ ਦੋਸਤੋ ਸੰਵਿਧਾਨ ਦੀ ਜਿਹੜੀ ਹੈਗੀ ਵਿਆਖਿਆ ਕਰਨ ਦਾ ਅਧਿਕਾਰ ਹੁੰਦਾ ਹੈ। ਭਾਰਤ ਵਿੱਚ ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਹੈ। ਠੀਕ ਹੈ ਜੀ। ਜਿਸ ਅਨੁਸਾਰ ਦੋਸਤੋ ਰਾਜਾਂ ਤੇ ਕੇਂਦਰ ਵਿਚਕਾਰ ਜਿਹੜਾ ਹੈਗਾ ਵਾ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਅਜਿਹੇ ਹਾਲਤਾਂ ਵਿੱਚ ਦੋਸਤੋ ਕਈ ਵਾਰੀ ਜਿਹੜਾ ਹੈਗਾ ਵਾ ਕਿਸੇ ਮੁੱਦੇ ਤੇ ਉਹ ਰਾਜ ਅਤੇ ਕੇਂਦਰ ਵਿੱਚ ਝਗੜਾ ਪੈਦਾ ਹੋ ਜਾਂਦੇ ਹਨ ਤਾਂ ਫਿਰ ਸੁਪਰੀਮ ਕੋਰਟ ਨੂੰ ਅਜਿਹੇ ਝਗੜੇ ਦਾ ਨਿਬੇੜਨ ਕਰਨ ਲਈ ਸੰਵਿਧਾਨ ਦੀ ਵਿਆਖਿਆ ਕਰਨੀ ਪੈਂਦੀ ਹੈ। ਨਿਆਂ ਪੁਨਰ ਨਿਰੀਖਣ ਦੀ ਸ਼ਕਤੀ ਤਾਂ ਇਹ ਸੁਪਰੀਮ ਕੋਰਟ ਦੀ ਸਭ ਤੋਂ ਮਹੱਤਵਪੂਰਨ ਸ਼ਕਤੀ ਹੈ। ਜੇ ਕੋਈ ਸਰਕਾਰ ਕੇਂਦਰ ਜਾਂ ਰਾਜ ਅਜਿਹਾ ਕਾਨੂੰਨ ਜਾਂ ਫਿਰ ਅਧਿਆਦੇਸ਼ ਪਾਸ ਕਰ ਦਿੰਦੀ ਹੈ ਜੋ ਸੰਵਿਧਾਨ ਦੇ ਕਿਸੇ ਆਰਟੀਕਲ ਦੀ ਉਲੰਘਣਾ ਕਰਦੀ ਹੋਵੇ ਤਾਂ ਸੁਪਰੀਮ ਕੋਰਟ ਉਸ ਕਾਨੂੰਨ ਜਾਂ ਅਧਿਆਦੇਸ਼ ਨੂੰ ਰੱਦ ਕਰ ਸਕਦੀ ਹੈ। ਰਿਕਾਰਡ ਅਦਾਲਤ ਦਾ ਸੁਪਰੀਮ ਕੋਰਟ ਇੱਕ ਰਿਕਾਰਡ ਅਦਾਲਤ ਹੈ। ਇਸ ਸੰਬੰਧੀ ਇਸ ਦੇ ਰਾਹੀਂ ਜਿਹੜੇ ਹੈਗੇ ਵਾ ਦਿੱਤੇ ਫੈਸਲਿਆਂ, ਡਿਗਰੀਆਂ ਤੇ ਦੋਸਤੋ ਆਦੇਸ਼ਾਂ ਦਾ ਲਿਖਤੀ ਰਿਕਾਰਡ ਰੱਖਿਆ ਜਾਂਦਾ ਹੈ। ਸੁਪਰੀਮ ਕੋਰਟ ਦੇ ਫੈਸਲੇ ਭਵਿੱਖ ਵਿੱਚ ਬਾਕੀ ਅਦਾਲਤਾਂ ਨੂੰ ਮਾਰਗਦਰਸ਼ਕ ਜਿਹੜੇ ਹੈਗੇ ਬਣ ਜਾਂਦੇ ਹਨ ਅਤੇ ਸਭ ਅਦਾਲਤਾਂ ਇਸ ਨੂੰ ਮਾਨਤਾ ਦਿੰਦੀਆਂ ਹਨ। ਜੇ ਕੋਈ ਵਿਅਕਤੀ ਜਾਂ ਫਿਰ ਸੰਸਥਾ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਅਪਮਾਨ ਕਰਦਾ ਹੈ ਤਾਂ ਉਸ ਨੂੰ ਸੁਪਰੀਮ ਕੋਰਟ ਉਸ ਨੂੰ ਜਿਹੜਾ ਹੈਗਾ ਸਜ਼ਾ ਦੇਣ ਦੀ ਸ਼ਕਤੀ ਵੀ ਰੱਖਦੀ ਹੈ। ਤਾਂ ਦੋਸਤੋ ਇਹ ਆਨਸਰ ਹੋ ਗਿਆ। ਤੇ ਹੁਣ ਦੋਸਤੋ ਜੇ ਦੇਖਿਆ ਜਾਏ ਤਾਂ ਅਗਲਾ ਤੁਹਾਡਾ ਕੋਈ ਵੀ ਪ੍ਰਸ਼ਨ ਨਹੀਂ ਹੈ, ਸਾਰੇ ਹੀ ਪ੍ਰਸ਼ਨ ਜਿਹੜੇ ਹੈਗੇ ਅਸੀਂ ਸੋਲਵ ਕਰ ਲਏ ਹਨ। ਠੀਕ ਹੈ ਜੀ। ਤਾਂ ਦੋਸਤੋ ਆਹ ਸੀਗਾ ਤੁਹਾਡੇ ਕਲਾਸ 11ਵੀਂ ਦਾ, ਠੀਕ ਹੈ, +1 ਦਾ ਯਾਨੀ ਕਿ ਰਾਜਨੀਤੀ ਵਿਗਿਆਨ ਜਾਂ ਪੋਲੀਟੀਕਲ ਸਾਇੰਸ ਜਿਹਨੂੰ ਆਪਾਂ ਰਾਜਨੀਤੀ ਸ਼ਾਸਤਰ ਵੀ ਕਹਿੰਦੇ ਆ, ਪੂਰਾ ਹੀ ਪੇਪਰ ਅਸੀਂ ਸੋਲਵ ਕਰ ਲਿਆ। 80 ਨੰਬਰ ਦਾ ਇਹ ਪੇਪਰ ਸੀਗਾ। ਠੀਕ ਹੈ ਜੀ। ਤਾਂ ਦੋਸਤੋ ਚਲੋ ਠੀਕ ਹੈ, ਬਾਕੀ ਅਗਰ ਤੁਹਾਡੀ ਕੋਈ ਕੁਐਰੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।